ਸਾਹਿਬ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਮੁਬਾਰਕ ਬਚਨਾਂ ਬਖਸ਼ਿਸ਼ ਕਰਦੇ ਨੇ। ਗੁਣਵੰਤੀ ਗੁਣ ਵਿਤਰਾ ਔਗੁਣਵੰਤੀ ਝੂਰਾ ਜੇ ਜੋੜਾ ਵਰ ਕਾਮਨੀ ਨਾ ਮਿਲਿਆ ਫਿਰ ਪੂਰਾ ਨਾ ਬੇੜੀ ਨਾ ਤੁਲਗੜਾ ਨਾ ਪਾਈਆ ਫਿਰ ਦੂਰ। ਦੁਨੀਆ ਦੇ ਅੰਦਰ ਜੇ ਸਾਡੀ ਸਾਂਝ ਵੇਖੀਏ ਤੇ ਸਾਰੇ ਦੇ ਸਾਰੇ ਲੋਕਾਂ ਦੀ ਸਾਂਝ ਹੀ ਗੁਣਾ ਕਰਕੇ ਆ। ਗੁਣ ਨੇ ਤੇ ਸਾਂਝ ਲੰਬੇਰੀ ਹੈ, ਗੁਣ ਨਹੀਂ ਤੇ ਸਾਂਝ ਟੁੱਟ ਜਾਂਦੀ ਹੈ। ਗੁਣ ਹੋਣ ਕਰਕੇ ਹੀ ਬੰਦੇ ਦੀ ਇੱਜ਼ਤ ਹੈ ਤੇ ਗੁਣ ਨਾ ਹੋਣ ਕਰਕੇ ਬੰਦੇ ਨੂੰ ਦੁਰਕਾਰਿਆ ਜਾਂਦਾ ਹੈ। ਇਸ ਲਈ ਸਾਡੀ ਜ਼ਿੰਦਗੀ ਦੇ ਅੰਦਰ ਗੁਣ ਹੋਣੇ ਬਹੁਤ ਜ਼ਰੂਰੀ ਨੇ, ਲਾਜ਼ਮੀ ਨੇ। ਗੁਣਾ ਕਰਕੇ ਹੀ ਸੰਸਾਰ ਦੀ ਧਰਤੀ ਤੇ ਸਮਾਜਿਕ ਪ੍ਰਾਣੀਆਂ ਦੇ ਅੰਦਰ ਸਾਡੀ ਸਾਂਝ ਹੈ। ਗੁਣਾ ਕਰਕੇ ਇੱਕ ਔਰਤ ਨੂੰ ਇੱਕ ਮਰਦ ਦੇ ਘਰ ਦੇ ਅੰਦਰ ਜਗ੍ਹਾ ਮਿਲਦੀ, ਥਾਂ ਮਿਲਦੀ ਹੈ। ਚੰਗੇ ਗੁਣਾਂ ਵਾਲੀਆਂ ਔਰਤਾਂ ਆਪਣਾ ਘਰ ਬਣਾ ਜਾਂਦੀਆਂ ਨੇ ਤੇ ਜਿਨ੍ਹਾਂ ਵਿੱਚ ਗੁਣ ਕੋਈ ਨਾ ਹੋਵੇ, ਸੱਚ ਹੈ, ਉਹ ਬਣਿਆ ਬਣਾਇਆ ਘਰ ਵੀ ਢਾਹ ਦਿੰਦੀ ਹੈ। ਇਸ ਲਈ ਗੁਣ ਹੋਣਾ ਸਾਡੀ ਜ਼ਿੰਦਗੀ ਦੇ ਅੰਦਰ ਜ਼ਰੂਰੀ, ਲਾਜ਼ਮੀ ਹੈ। ਕਿਉਂਕਿ ਮੈਂ ਔਰਤ ਦੀ ਗੱਲ ਤਾਂ ਕੀਤੀ ਹੈ, ਪਾਵਨ ਸ਼ਬਦ ਅੰਦਰ ਸਤਿਗੁਰੂ ਔਰਤ ਦੀ ਗੱਲ ਕਰਦਿਆਂ ਹੋਇਆਂ ਸਾਂਝੀ ਵਾਲਤਾ ਨੂੰ ਸਮਝਾ ਰਹੇ। ਜਿਹੜੀ ਬੱਚੀ ਨੂੰ ਮਾਂ ਉਹਦੀ ਚੰਗੇ ਚੰਗੇ ਗੁਣ ਸਿਖਾ ਕੇ ਗੁਣਾਂ ਦੇ ਨਾਲ ਪੂਰਨ ਤੌਰ ਤੇ ਉਹਨੂੰ ਭਰਪੂਰ ਕਰ ਦਿੰਦੀ ਹੈ, ਔਰ ਉਹ ਪੂਰਨ ਤੌਰ ਤੇ ਗੁਣਾਂ ਦੇ ਵਿੱਚ ਲਿਪਟ ਜਾਂਦੀ ਹੈ। ਉਹ ਬੱਚੀ ਜਦੋਂ ਕਿਸੇ ਬਗਾਨੇ ਦੇ ਘਰ ਜਾਂਦੀ ਹੈ, ਉੱਥੇ ਜਾ ਕੇ ਆਪਣੇ ਚੰਗੇ ਗੁਣਾਂ ਨੂੰ ਫਿਰ ਬਖੇਰਦੀ ਹੈ। ਚੰਗੇ ਗੁਣਾਂ ਨੂੰ ਬਖੇਰਨ ਕਰਕੇ ਉਹਦੀ ਸਹੁਰੇ ਪਰਿਵਾਰ ਦੇ ਅੰਦਰ ਇੱਜ਼ਤ ਹੁੰਦੀ ਹੈ, ਉਪਮਾ ਹੁੰਦੀ ਹੈ, ਸਾਡੀ ਨੂੰ ਬੜੀ ਚੰਗੀ ਹੈ। ਜਿਹਨੇ ਆਉਂਦਿਆਂ ਸਾਡਾ ਘਰ ਸੰਭਾਲਿਆ, ਸਾਨੂੰ ਪਤਾ ਹੀ ਨਹੀਂ ਹੈ ਕਿੱਥੇ ਕੀ ਪਿਆ, ਸਾਰਾ ਸਾਂਝੋ ਸੰਭਾਲ ਦਾ ਕੰਮ ਉਹਦੇ ਕੋਲ ਹੈ। ਕੱਲੀ ਕੱਲੀ ਚੀਜ਼ ਬਾਰੇ ਉਹਨੂੰ ਪਤਾ ਹੈ। ਜਿੱਦਣ ਵੀ ਆਈ ਆ ਤੇ ਅਸੀਂ ਸੌਖੇ ਹੋ ਗਏ ਹਾਂ, ਔਰ ਉਹ ਸਾਨੂੰ ਆਪਣਾ ਮਾਂ ਪਿਓ ਸਮਝਦੀ ਏ ਤੇ ਅਸੀਂ ਉਹਨੂੰ ਆਪਣੀ ਧੀ ਸਮਝਦੇ ਹਾਂ। ਫਰਕ ਹੀ ਨਹੀਂ ਰਿਹਾ। ਚੰਗੇ ਗੁਣ ਸਿਖਾਉਣ ਵਾਲੀ ਮਾਂ ਨੇ ਉਸ ਬੱਚੀ ਦੇ ਅੰਦਰ ਇੰਨੇ ਚੰਗੇ ਗੁਣ ਭਰ ਦਿੱਤੇ ਕਿ ਉਹ ਚੰਗਿਆਈ ਜਦੋਂ ਫਿਰ ਜਾ ਕੇ ਕਿਸੇ ਬਗਾਨੇ ਦੇ ਘਰ ਬਖੇਰੀ ਤੇ ਸੱਚਾ ਉਸ ਚੰਗਿਆਈ ਦੇ ਸਦਕਾ ਹੀ ਉਹਨੂੰ ਇੰਨਾ ਕੁਝ ਮਿਲਿਆ ਹੈ। ਸਹੁਰੇ ਘਰ ਦਾ, ਪਰਿਵਾਰ ਦਾ ਪਿਆਰ ਮਿਲਦਾ। ਇੱਥੋਂ ਤੱਕ ਵੀ ਸੱਸ ਸਹੁਰਾ ਚਾਹੁੰਦੇ ਆ ਕਿ ਹੁਣ ਘਰ ਦੀ ਜਿਹੜੀ ਚਾਬੀਆਂ ਨੇ ਉਹ ਵੀ ਆਪਾਂ ਇਹਨੂੰ ਮੂੰਹ ਨੂੰ ਫੜਾ ਕੇ, ਕਿਉਂਕਿ ਚੰਗੇ ਗੁਣਾਂ ਦੀ ਧਾਰਨੀ ਹੈ।
ਤੇ ਇਸ ਕਰਕੇ ਚੰਗੇ ਗੁਣਾਂ ਵਾਲੀ ਬੱਚੀ ਨੂੰ ਮਾਂ ਪਿਓ ਆਪਣੇ ਕੋਲ ਬੁਲਾਉਂਦੇ ਨੇ ਤੇ ਕੋਲ ਬੁਲਾ ਕੇ ਕਹਿੰਦੇ ਕਣ ਧੀਏ ਆ ਫੜ ਤਿਜੋਰੀ ਦੀਆਂ ਚਾਬੀਆਂ ਨੇ, ਅੱਜ ਤੋਂ ਬਾਅਦ ਸਾਰਾ ਕੁਝ ਤੈਨੂੰ ਸੌਂਪ ਦਿੱਤਾ, ਤੂੰ ਸਾਂਭ ਲੈ, ਤੂੰ ਘਰ ਚਲਾਣਾ ਹੈ। ਚੰਗੇ ਗੁਣਾਂ ਵਾਲੀ ਬੱਚੀ ਸੀ, ਉਹਨੇ ਮਾਂ ਪਿਓ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੀ ਕਾ ਮਾਤਾ ਪਿਤਾ ਜੀ ਬੇਨਤੀ ਕਰ ਕਿ ਮੈਂ ਤੁਹਾਡੇ ਘਰ ਦੇ ਅੰਦਰ ਸੇਵਾ ਕਰਨ ਆਈ ਹਾਂ, ਰਾਜ ਕਰਨ ਵਾਸਤੇ ਨਹੀਂ ਆਈ। ਆ ਚਾਬੀਆਂ ਤੁਸੀਂ ਆਪਣੇ ਕੋਲ ਰੱਖੋ। ਉਹ ਕਹਿੰਦੇ ਕਿਉਂ? ਕਹਿੰਦੀ ਗਾ ਤਾਂ ਕਿਉਂਕਿ ਮਾਂ ਪਿਓ ਆਪਣੇ ਬੱਚਿਆਂ ਨੂੰ ਰੁਪਈਆ ਪੈਸਾ ਦਿੰਦੇ ਤੇ ਚੰਗੇ ਲੱਗਦੇ ਨੇ, ਪਰ ਮਾਂ ਪਿਓ ਆਪਣੇ ਧੀ ਪੁੱਤਰ ਦੇ ਅੱਗੇ ਹੱਥ ਅੱਡਦੇ ਫਿਰ ਇਹ ਨਹੀਂ ਚੰਗਾ ਲੱਗਦਾ। ਇਸ ਕਰਕੇ ਅਸੀਂ ਛੋਟੇ ਆ, ਜਦੋਂ ਸਾਨੂੰ ਰੁਪਈਏ ਪੈਸੇ ਦੀ ਧਨ ਦੀ ਲੋੜ ਹੋਵੇਗੀ ਅਸੀਂ ਆਪ ਜੀ ਤੋਂ ਮੰਗ ਲਿਆ ਕਰਾਂਗੇ। ਮੈਨੂੰ ਚਾਬੀਆਂ ਦੀ ਲੋੜ ਨਹੀਂ, ਮੈਂ ਤੇ ਸੇਵਾ ਕਰਨ ਆਈ ਹਾਂ। ਹੁਣ ਏਦਾਂ ਦੀ ਬੱਚੀ ਜਿਹਦੇ ਅੰਦਰ ਗੁਣ ਭਰੇ ਆ ਮਾਂ ਪਿਓ ਨੇ, ਸੱਚਾ ਪਤੀ ਪਰਮੇਸ਼ਰ ਦੇ ਘਰ ਸੁਖ ਪਾਉਂਦੀ ਹੈ, ਉਹਦਾ ਜੀਵਨ ਸੁਖਮਈ ਹੈ, ਕਿਉਂਕਿ ਪਰਿਵਾਰ ਨੂੰ ਜੋੜਨ ਵਾਲੀ ਹੈ, ਪਰਿਵਾਰ ਨੂੰ ਤੋੜਨ ਵਾਲੀ ਨਹੀਂ। ਪਹਿਲਾਂ ਮੈਂ ਉਹਦੀ ਗੱਲ ਕਰ ਰਿਹਾ ਜਿਹਦੇ ਚ ਗੁਣ ਨੇ, ਤੇ ਗੁਣਵਾਨ ਬੱਚੀ ਆਪਣੇ ਮਾਂ ਪਿਓ ਨੂੰ ਸਭ ਕੁਝ ਸੌਂਪ ਦਿੰਦੀ ਹੈ, ਤੇ ਜਿਹਦੇ ਅੰਦਰ ਔਗਣ ਭਰੇ ਨੇ ਉਹ ਪਹਿਲਾਂ ਹੀ ਜਾ ਕੇ ਉਹਦੀ ਬੱਚੀ ਨੂੰ ਸਿਖਾਇਆ ਜਾਂਦਾ ਵੀ ਧੀਏ ਸਭ ਤੋਂ ਪਹਿਲਾਂ ਤਿਜੋਰੀ ਦੀਆਂ ਚਾਬੀਆਂ ਫੜੀ। ਜਦੋਂ ਉਹ ਫੜ ਲਏਗੀ ਤੇ ਫਿਰ ਸਾਰਾ ਟੱਬਰ ਹੀ ਤੇਰੀ ਮੁੱਠੀ ਚ ਆ ਜਾਏਗਾ। ਘਰ ਵਾਲੇ ਨੂੰ ਆਪਣੀ ਸਾਈਡ ਤੇ ਕਰ ਲਈ, ਨਾ ਮਾਂ ਦੇ ਕੋਲ ਬੈਠਣ ਦਈ, ਨਾ ਮਾਂ ਦੀ ਗੱਲ ਸੁਣਨ ਦਈ। ਮਾਂ ਪਿਓ ਦੀ ਸੇਵਾ ਨਾ ਕਰਨ ਦਈ, ਤੇਰੇ ਮਗਰ ਹੀ ਲੱਗਾ ਰਹੇ। ਜਿਹਨੂੰ ਏਦਾਂ ਦੇ ਔਗਣ ਦੇ ਕੇ ਮਾਂ ਭੇਜਦੀ ਹੈ, ਸੱਚਾ ਉਹ ਥੋੜੇ ਕੁ ਦੇਣੇ ਵਸਦੀ ਹੈ, ਜਾਂ ਫਿਰ ਘਰ ਅੱਡ ਕਰਾ ਦਿੰਦੀ ਹੈ। ਪਰਿਵਾਰ ਖੇਰੂ ਖੇਰੂ ਸਿਰ ਪਾੜ ਜਾਂਦੇ ਆ, ਕਿਉਂਕਿ ਚੰਗੇ ਗੁਣਾ ਕਰਕੇ ਸਮਾਜ ਦੇ ਅੰਦਰ ਸਾਂਝ ਹੈ ਤੇ ਮਾੜੇ ਗੁਣਾ ਕਰਕੇ ਝਗੜਾ ਹੈ, ਲੜਾਈ ਹੈ, ਕਲੇਸ਼ ਹੈ। ਚੰਗੇ ਗੁਣ ਦਿੱਤੇ ਤੇ ਧੀ ਨੇ ਉਹ ਪਰਿਵਾਰ ਦੀਆਂ ਇੰਨੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਮਾੜੇ ਗੁਣ ਦਿੱਤੇ ਤੇ ਸੱਸ ਸਹੁਰਾ ਵੀ ਦੁਖੀ ਹੈ, ਤੇ ਉਹਦੇ ਨਾਲ ਦੀ ਜਠਾਣੀ ਵੀ ਦੁਖੀ ਹੈ। ਅੱਗੋਂ ਨਾਲ ਦਾ ਜਿਹੜਾ ਟੱਬਰ ਗੋਰ ਰਹਿੰਦਾ ਉਹ ਵੀ ਸਾਰਾ ਦੁਖੀ ਹੈ, ਕਿਉਂਕਿ ਸਾਰੇ ਪੜ੍ਹਨੇ ਪਏ ਆ। ਜਿਹਨੂੰ ਇਹ ਸਿਖਾ ਕੇ ਭੇਜਿਆ ਵੀ ਸਾਡੀ ਤੇ ਦੂਰ ਤੱਕ ਚੱਲਦੀ ਹੈ ਧੀਏ, ਘਬਰਾਉਣ ਦੀ ਲੋੜ ਕੋਈ ਨਹੀਂ। ਜੇ ਤੇਰੀ ਸੱਸ ਇੱਕ ਬੋਲ ਬੋਲੇ ਤੂੰ 10 ਬੋਲੀ, ਪਰ ਮਾੜਾ ਜਿਹਾ ਫੋਨ ਕਰਦੀ ਕੋਈ ਗੱਲ ਹੀ ਨਹੀਂ, ਅਸੀਂ ਆਪੀ ਸਾਂਭਦਾ। ਹੁਣ ਜਿਹਨੂੰ ਏਦਾਂ ਦੇ ਔਗਣ ਦੇ ਕੇ ਭੇਜਿਆ, ਸੱਚਾ ਉਹ ਬੱਚੀ ਨਾ ਤੇ ਵਸ ਪਾਉਂਦੀ ਹੈ ਤੇ ਨਾ ਹੀ ਵਸਦੀ ਹੈ। ਫਿਰ ਜਿਹੜੀ ਮਾਂ ਰੋਜ਼ ਫੋਨ ਕਰਕੇ ਪੁੱਛਦੀ ਹੋਵੇ ਵੀ ਕੀ ਬਣਾਇਆ ਹੈ, ਕੀ ਖਾਧਾ ਹੈ, ਕੀ ਕੀਤਾ ਹੈ, ਇੱਕ ਬੰਦੇ ਤੇ ਇਹ ਆ ਵੀ ਧੀ ਤੋਰ ਦਿੱਤੀ ਤੇ ਅਗਲੀ ਦਾ ਆਪਣਾ ਘਰ ਆ, ਜੋ ਮਰਜ਼ੀ ਖਾਵੇ ਪੀਵੇ ਬਣਾਵੇ, ਉਹਦਾ ਘਰ ਬਣ ਗਿਆ। ਤੈਨੂੰ ਤੇ ਲੋੜ ਹੀ ਨਹੀਂ ਇੰਟਰਫੇਅਰਨੈਸ ਕਰਨ ਦੀ, ਪਰ ਉਹ ਫਿਰ ਵੀ ਹਰ ਰੋਜ਼ ਪੁੱਛਦੀ ਹੈ
कली कली गल सच है। फिर इन्हां दीयां मावां घर उजाड़दियां ही ने, घर वसाउंदियां ने, क्योंकि जिहड़ी मां ने ये सिक्ख्या दी होवे धीए हुण तेरा घर है ते उथों तेरी लाश ही आवे, तू कदी कदी भी झोला चुक के घर नूं ना तुरी ते ना ही असीं वड़न देना ही। सच है पहला लोग इदां सिक्ख्या दिंदे सी। हुण अगले तुरन लगे कहंदे आ भी मोबाइल फोन भी नाल दित्ता जांदा, माड़ी जी कोई गल होवे ते फोन करदे ही सन। चाहुंदे नहीं ना भी साडियां बच्चियां दा घर वसे, सुखी रहन। ते उन्हां मावां नूं अज सब तो वध जिहड़े केस ने तलाक दे ने, उन्हां दा कारण है उन्हां दे माँ प्यो, उन्हां दा कारण है मोबाइल फोन। सब तो वध कलेश ते तलाक दे केस ने सब तो वध दुनिया। पहला भी बजुर्ग बैठे ने, किहड़ा कोई फोन हुंदा सी, किते घर लड़ाई भी हो जानी, चिट्ठी पहुंचदियां तक आपस च संधि हो जाती सी। ते चिट्ठी जदों पहुंचनी अगले आउणा ते उन्हां हसदे खेडदे होना कि उन्हां भी सानूं जरूरी उही करना, क्योंकि अजकल ते माड़ी जी गल होवे नाल दी नाल पहुंच जाती है। सुखी सन लोग जदों आ चीज़ां नहीं सन। अज जिन्नियां फैसिलिटी आ उन्ने ही लोग दुखी ने, क्योंकि असी औगण खरीदन लग पे, गुण नहीं। औगणा दे धारी हो गए, गुणा दे धारी नहीं बने, और वड्डे वड्डे औगण लैके बैठे हैं। ते लोड़ भी इस समय की अगला कहता है जे कोई खटावेगा तो बच्चे कहणगे साडी ते क्लास भी ऑनलाइन लगती है, असीं क्यों मोबाइल चलाइए। क्यों किया उन्होंने लोगों ने इस सब कुछ सिस्टम तां बनाए भी तुहाडे बच्चे चंगी क्वालिफिकेशन ना लै सकन, पढ़ ना सकन। मैं तो सीधी ये बात कहूँ, क्योंकि पहलियां दे पढ़िया अज दा पढ़िया दा वेख लो साहब, किहड़ा बच्चा अज PhD करने लई तैयार है? कोई नहीं। कोई विरला बेचारा जिहड़ा कहंदा भी चल कर लैंदे आ। हायर एजुकेशन नहीं साडे कोल। हरेक कहंदा +2 करां, IELTS करां ते बाहर चला जावां। कौन सोचदा भी मैं PhD तक जावां? कोई नहीं है। ते अज भरमार है, तुसीं कॉलेजां दे विच रजिस्टर चैक करके वेख लिओ, स्कूलों में वेख लिओ। कॉलेज तक तो फिर जाना ही नहीं, जो +2 करके IELTS करके बाहर चले जाना। साडी यूनीवर्सिटियां कालियां नाल भरनगियां ते भरियां पईयां। तुसीं लुधियाने वेख लो, यूनीवर्सिटी एग्रीकल्चर जिहड़ी आ उहदे अंदर भी सब तो वध कीड़ियां वाले काले जी पढ़दे आ। ते कल मैं पंजाबी यूनीवर्सिटी गया सा ते उत्थे भी उन्हां दी भरमार है। तो मैं सोचदा सां भी जे इदां ही सिस्टम रहा तो फिर साडी यूनीवर्सिटियां दे विच काले पढ़नगे, साडे वालियां ने तो पढ़ना नहीं। सो खैर बात जो कर रहा समय कि गुनाह करके सांझ है, और गुनाह करके नहीं। सतगुरु जी कह रहे, कहते जिन्हां अंदर गुण सीगे रब दे, मालक दे, शैब दे, उन्होंने करतार नूं गुनाह करके चेता किया, याद किया, ते गुनाह करके याद करके परमात्मा की प्राप्ति कर लई। गुणवंती गुण विथुर है, गुणवंती जिहदे अंदर गुण ने, गुणवंती गुणा नाल भरपूर है, गुणा नाल भरी हुई है। मधुआ की सांझ कर दी, वो को जिहदे अंदर गुण ने ते उहदी गुणा करके किन्नी सांझ है। एक वो जिहदे अंदर अवगण ने ते अवगणा करके सस सौरा भी धक्के मारदा है, घरों भी उहनूं धक्के पैंदे आ। जे पेके घर चल जाएगी, अगले पेके घर वाले भी थोड़ा रखने लिए तैयार होंगे आ। अगले कहते भी ये लक्षण माड़े आ,
भावें बच्ची होवे घर दी, पर जे वसे ना तो पेका घर भी दुरकारदा है, क्योंकि उन्होंने पता हुंदा भी कमी साडी धी च आ, अगले दे पुत्र च नहीं। जिथे पुत्र च होवे भी हुंदी है गल, दोवें चीज़ां बराबर हुंदियां, पर किते ज़्यादा गुण औगण होण धी दे अंदर तो पता ही हुंदा ना अगले साडी धी दा कसूर है। माड़ी माड़ी गल तो लड़ाई, माड़ी माड़ी गल तो झगड़ा कलेश, माड़ी माड़ी गल अपने पेके घर दसनी, ना आप सुखी बसना ते ना अगलियां नूं वसन देना। तो फिर उहदे बारे उन्होंने पता ही हुंदा, माँ प्यो नूं कोई भुल नहीं हुंदी भी आ गल्लां दसन वाली थोड़ा जिहड़ियां दसदियां सानूं, तेरा घर है तूं आपी नवेड़। पर अजकल के माँ प्यो भी उदां दे बन गए, माफ करना, जिहड़े अगों मोड़ा नहीं दिंदे भी तू तेरा घर है तू वेख, सानूं ना दस्सिया कर। साहब सच्चे पातशाह जी कहते जिहदे विच गुण सीगे ना, गुणा वाली ने अपने पति परमेश्वर की सेवा की। गुणवंती गुणमित्रा अपने पति के गुण गांदी नहीं थकदी, मेरा पति बड़ा चंगा है, ਉਹਦੇ गुण कर गांदी आ, ਉਹਦੀ सिफतो सलाह करती अपने पति। सच है जिन्हां च औगण सी उन्हां कहा भी साडा पति मर जाए तो चंगा है, क्योंकि औगण अपने च सी, पति च नहीं सी। पर कईयां ने मरवा भी दिते बंदे, और कई बंदियां ने औरतां मार दित्तियां। ये चलदा ना सिस्टम समाज, औगण करके होया है सारा कुछ। जे गुण हुंदे तो मेरे सब कुछ नहीं सी होना, पर औगणा करके होया। जिहदे च गुण ने अपने पति की उस्तत करदी नहीं, औरत थकदी। की कहंदे साहब इत्थे उदाहरण भावें पत्नी की लई गए, पर समझाया सानूं सारिआं नूं है। कहते जिहदे विच रब दे घर दे गुण ने, और औरत करतार दे गुण गाउंदी नहीं थकदी। दिन रात विसर नाही दातार, अपना नाम देखो गुण गावा, दिन रात गुण गाउंदी है। नानक चाहो के वो कहंदी मेरे मन में चाहो बन गया, मैं दिन रात अपने पति दे गुण गावा। पर गुणवंती गुण मित्रा है, पर जिहदे च गुण ने, औगणा ना भरी हुई नहीं, जिहदे च गुण ने वो ही अपने पति परमेश्वर के गुणों को गाउंदी है। गुण गावा दिन रात नानक चाहो, ये चाहो बन जाए कि दिन रात करतार तेरे गुण गाउंदी। जिन्हों सुख मिल रहा है पति की उस्तत करेगी ना, जिहड़ी दुखी है खिन खिन, वो पति की उस्तत कित्थों करे। इसलिए जिहड़ा परिपूर्ण परमात्मा है उन्हें सानू संसार की धरती ते भेजिया, ते असी दिन रात उहदे गुण गाइए, गुण प्राप्त करिए। इथों तां साडी सहुरे घर जाके बन आउणी है, नहीं तो फिर धक्के मिलने, इत्थे भी मिल रहा ते उत्थे जाके भी मिलने आ। जिहड़ी बच्ची सियाणी ना होवे उहनूं माँ प्यो भी झिड़कदा कुटदा मारदा है, ते अगों सहुरे घर के अंदर भी इज्जत नहीं प्राप्त करती, उत्थे भी कुट मार करती। इसलिए आ साडा पेका घर, जे इत्थे असीं चंगे गुण ना सिखे तो फिर सहुरे घर भी साडी बन नहीं आउणी। गुणवंती गुण मित्र औगणवंती झूर, जिहदे अंदर औगण ने सब कहंदे झुरदी रहिंदी है, जिहदे अंदर गुण ने साजा उहदा चिंता झौला ही खत्म हो जाता, उन्होंने लोड़ ही नहीं चिंता करन टेंशन करन की, क्योंकि वह सुखी है, आनंदमय जीवन बतीत कर रही है। दुखी हो है जिहदे अंदर औगण ने, ते औगणा वाली औरत हमेशा भी झुरदी रही है। जिहदे अंदर गुण ने उन्होंने झोरा कादा, उन्होंने चिंता कादी, उन्होंने टेंशन कादी। पर जिहदे अंदर औगण ही औगण ने, चिंता ही उन्होंने झौरा ही उन्होंने झुरदी रही, सारी जिंदगी उन्हें झुरदियां लंघ जाती। औगणवंती झूर का मतलब झुरदी रही है।
दिन रात ਉਹਦੇ ਅੰਦਰ ਟੈਨਸ਼ਨ ਹੈ, ਚਿੰਤਾ ਹੈ, ਝੌਰਾ ਹੈ, ਕੀ ਬਣੇਗਾ। ਔਰ ਫਿਰ ਦਿਮਾਗ ਦੀਆਂ ਤਾਰਾਂ ਸਾੜਦੀ ਰਹਿੰਦੀ ਹੈ ਸੋਚ ਸੋਚ ਕੇ। ਸੁਖ ਨਹੀਂ ਨਾ। ਸੁਖ ਕਿਉਂ ਨਹੀਂ ਪ੍ਰਾਪਤ ਕੀਤਾ? ਕਿਉਂਕਿ ਆਪਣੇ ਲੱਛਣ ਚੰਗੇ ਨਹੀਂ ਸਨ, ਆਪਣਾ ਸੁਭਾਅ ਨਹੀਂ ਚੇਂਜ ਕੀਤਾ। ਹੁਣ ਇਹ ਤੇ ਹੁੰਦਾ ਨਾ ਵੀ ਬੰਦੇ ਨੂੰ ਜਗ੍ਹਾ ਦੇ ਮੁਤਾਬਕ ਸੁਭਾਅ ਚੇਂਜ ਕਰਨਾ ਪੈਂਦਾ ਹੈ। ਸਭ ਕੁਝ ਹੀ ਚੇਂਜ ਹੋ ਜਾਂਦਾ ਬੰਦੇ ਦਾ। ਹਾਈਫਾਈ ਸੁਸਾਇਟੀ ਵਿੱਚ ਬੰਦਾ ਰਹਿੰਦਾ ਹੋਵੇ ਤੇ ਹਾਈਫਾਈ ਸੁਸਾਇਟੀ ਨੂੰ ਛੱਡ ਕੇ ਦੂਸਰੀ ਜਗ੍ਹਾ ਤੇ ਚਲੇ ਜੇ ਜਿੱਥੇ ਵਧੀਆ ਨਹੀਂ, ਹਾਈਫਾਈ ਸੁਸਾਇਟੀ ਨਹੀਂ, ਉਸ ਬੰਦੇ ਨੂੰ ਉਸ ਤਰ੍ਹਾਂ ਮੇਨਟੇਨ ਕਰਨਾ ਪੈਂਦਾ ਹੈ ਕਿ ਅੱਜ ਮੈਂ ਜੇ ਉਹਨਾਂ ਲੋਕਾਂ ਵਿੱਚ ਆ ਗਿਆ ਤਾਂ ਮੈਨੂੰ ਉੱਦਾਂ ਦਾ ਬਣ ਕੇ ਰਹਿਣਾ ਪੈਣਾ ਹੈ। ਜੇ ਉੱਦਾਂ ਦਾ ਬਣ ਕੇ ਨਹੀਂ ਰਿਹਾ ਜਾਂ ਮੈਂ ਉੱਦਾਂ ਦਾ ਨਹੀਂ ਰਿਹਾ ਤੇ ਲੋਕ ਮੈਨੂੰ ਐਕਸਪੈਕਟ ਨਹੀਂ ਕਰਦੇ। ਬਦਲਣਾ ਪੈਂਦਾ ਆਪਣੇ ਆਪ ਨੂੰ, ਖਾਣ ਪੀਣ ਨੂੰ, ਰਹਿਣ ਸਹਿਣ ਨੂੰ, ਢੰਗ ਤਰੀਕੇ ਨੂੰ ਬਦਲਣਾ ਪੈਂਦਾ। ਤੇ ਫਿਰ ਇੱਦਾਂ ਹੀ ਉਸ ਔਰਤ ਨੂੰ ਵੀ ਬਦਲਣਾ ਪੈਂਦਾ ਹੈ। ਤੇ ਜੇ ਨਾ ਬਦਲੇ ਫਿਰ ਤੇ ਔਗਣ ਤੇ। ਹੁਣ ਜੇ ਕਿ ਵੀ ਮੈਂ ਮਾਂ ਪਿਓ ਦੇ ਘਰ ਰਾਜ ਕਰਦੀ ਸਾਂ ਤੇ ਇੱਥੇ ਮੈਨੂੰ ਰਾਜ ਹੀ ਚਾਹੀਦਾ, ਉੱਥੇ ਤੇ ਕੰਮ ਕਰਨਾ ਪੈਣਾ ਵਾ। ਤੇ ਕੰਮ ਫਿਰ ਜਿਹੜੀ ਨਹੀਂ ਕਰਦੀ, ਜਿਹੜੀ ਕਹਿੰਦੀ ਵੀ ਰਾਜ ਹੀ ਚਾਹੀਦਾ, ਫਿਰ ਸੱਚ ਹੈ ਉਹ ਔਗਣਾ ਕਰਕੇ ਝੁਰਦੀ ਰਹਿੰਦੀ। ਔਗਣਵੰਤੀ ਝੂਰ ਸਾਹਿਬ ਕਹਿੰਦੇ ਔਗਣਾ ਕਰਕੇ ਫਿਰ ਝੁਰਦੀ, ਸਾਰੀ ਜ਼ਿੰਦਗੀ ਉਹਦੀ ਝੁਰਦਿਆਂ ਦੀ ਲੰਘ ਜਾਂਦੀ, ਵਡੇਪਾ ਤੱਕ ਝੁਰਦਿਆਂ ਦੀ ਲੰਘਦਾ। ਬੜੀਆਂ ਔਰਤਾਂ ਕਹਿਣਗੀਆਂ ਵੀ ਮੈਂ ਕਦੀ ਸੁੱਖ ਨਹੀਂ ਵੇਖਿਆ। ਇਹ ਮਰਦਾਂ ਦੀ ਵੀ ਗੱਲ ਹੈ ਵੀ ਅਸੀਂ ਕਦੀ ਸੁੱਖ ਨਹੀਂ ਪ੍ਰਾਪਤ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਅਸੀਂ ਰੱਬ ਨਾਲ ਨਹੀਂ ਜੁੜੇ, ਅਸੀਂ ਪਰਿਪੂਰਨ ਪਰਮਾਤਮਾ ਨਾਲ ਨਹੀਂ ਜੁੜੇ ਤੇ ਸਾਰੀ ਜ਼ਿੰਦਗੀ ਸਾਡੀ ਦੁੱਖਾਂ ਵਿੱਚ ਹੀ ਲੰਘ ਗਈ, ਕਲੇਸ਼ਾਂ ਵਿੱਚ ਹੀ ਲੰਘ ਗਈ। ਜੇ ਲੋੜਾਂ ਦਰ ਕਾਮਨੀ ਨਾ ਮਿਲਿਆ ਫਿਰ ਕੂਰ। ਜੇ ਚਾਹੁੰਦੀ ਆ ਵੀ ਤੈਨੂੰ ਪਤੀ ਪਰਮੇਸ਼ਰ ਦੀ ਖੁਸ਼ੀ ਮਿਲੇ, ਆਮਨੀ ਭਾਵ ਕੀ ਔਰਤ, ਜੇ ਲੋੜਾ ਵਰ ਕਾਮ ਨੂੰ, ਜੇ ਪਤੀ ਪਰਮੇਸ਼ਰ ਚੰਗਾ ਲੱਭਣਾ ਚਾਹੁੰਦੀ ਹੈ, ਤੈਨੂੰ ਪਤੀ ਪਰਮੇਸ਼ਰ ਚੰਗਾ ਮਿਲ ਜੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਕੂੜ ਦੀ ਕੰਧ ਤੋੜਨੀ ਪੈਣੀ ਆ। ਕਿਉਂਕਿ ਇਸ ਕੂੜ ਦੇ ਨਾਲ ਕਦੀ ਚੰਗਾ ਪਤੀ ਪਰਮੇਸ਼ਰ ਨਹੀਂ ਮਿਲਣਾ, ਔਗਣਾ ਦੇ ਨਾਲ ਚੰਗਾ ਪਤੀ ਪਰਮੇਸ਼ਰ ਨਹੀਂ ਮਿਲਣਾ ਤੇ ਉਹਦੇ ਨਾਲ ਸਾਂਝ ਵੀ ਨਹੀਂ ਹੋਣੀ। ਜੇ ਚਾਹੁੰਦੀ ਹੈ ਤਾਂ ਫਿਰ ਕੀ ਕਰਨਾ ਪਏਗਾ? ਕਹਿੰਦੇ ਨਾ ਮਿਲਿਆ ਫਿਰ ਕੂੜ ਦੇ ਨਾਲ ਨਹੀਂ ਮਿਲਿਆ ਜਾਣਾ। ਜਿਹੜਾ ਕੂੜ ਤੂੰ ਇਕੱਤਰ ਕੀਤਾ, ਇਕੱਠਾ ਕੀਤਾ, ਇਹਦੇ ਨਾਲ ਚੰਗਾ ਪਤੀ ਨਹੀਂ ਮਿਲਣਾ। ਕਿਉਂਕਿ ਅਗਲਾ ਪੁੱਛਦਾ ਕੁਆਲੀਫਿਕੇਸ਼ਨ ਕੀ ਹੈ, ਅਗਲਾ ਪੁੱਛਦਾ ਘਰ ਦਾ ਕੰਮਕਾਰ ਆਉਂਦਾ, ਅਗਲਾ ਕਈ ਸਵਾਲ ਕਰਦਾ। ਜਿਵੇਂ ਤੁਸੀਂ ਮੁੰਡੇ ਨੂੰ ਕਰਦੇ ਹੋ ਤਾਂ ਕੁੜੀ ਨੂੰ ਵੀ ਕਰਦੇ ਆ, ਤਾਂ ਇਹ ਰਿਸ਼ਤਾ ਹੁੰਦਾ। ਤੇ ਜੇ ਅਗਲਾ ਕਵੇ ਵੀ ਕੁੜੀ ਤੇ ਕੱਲੀ ਪੜੀ ਆ, ਨਾ ਇਹਨੂੰ ਕੱਪੜੇ ਧੋਣ ਦੀ ਜਾਚ ਹੈ, ਨਾ ਇਹਨੂੰ ਰੋਟੀ ਪਕਾਉਣ ਦੀ ਜਾਚ ਹੈ, ਅਗਲਾ ਕਹਿੰਦਾ ਵੀ ਅਸੀਂ ਇੱਥੋਂ ਕੀ ਕਰਾਉਣਾ, ਨੌਕਰੀ ਨੂੰ ਮਿਲੇ ਨਾ ਤੇ ਰੋਟੀ ਇਹ ਪਕਾਵੇ ਨਾ, ਕੱਪੜੇ ਨੂੰ ਧੋਣ ਦੀ ਜਾਚ ਨਾ ਹੋਵੇ ਤਾਂ ਮੈਂ ਕਿੱਧਰ ਜਾਣਾ। ਇਸ ਕਰਕੇ ਸਾਰੇ ਗੁਣ ਹੋਣੇ ਜ਼ਰੂਰੀ ਆ, ਲਾਜ਼ਮੀ ਆ। ਸਾਰੇ ਗੁਣ ਚਾਹੀਦੇ, ਪੜ੍ਹਾਈ ਵੀ ਹੋਵੇ, ਲਿਖਾਈ ਵੀ ਹੋਵੇ, ਕਢਾਈ ਵੀ ਹੋਵੇ, ਪਕਾਉਣ ਦੀ ਵੀ ਜਾਚ ਹੋਵੇ, ਘਰ ਜੋੜਨ ਦੀ ਵੀ ਜਾਚ, ਸਾਰੇ ਗੁਣ ਭਾਵਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਸਾਰੇ ਗੁਣ ਨੇ ਤੇ ਤਾਂ ਹੀ ਸਾਂਝ ਹੈ ਨਾ। ਪਰ ਜੇ ਤੂੰ ਕੂੜ ਇਕੱਤਰ ਕੀਤਾ, ਇਕੱਠਾ ਕੀਤਾ ਤੇ ਫਿਰ ਮਤਾ ਜਾਣੀ ਤੈਨੂੰ ਚੰਗਾ ਪਤੀ ਮਿਲ ਜਾਏਗਾ। ਜੇ ਲੋੜਾ ਵਰਕਾਉਣੀ ਨਾ ਮਿਲਿਆ ਫਿਰ ਕੂੜ ਦੇ ਨਾਲ ਨਹੀਂ ਮਿਲਿਆ ਜਾਣਾ। ਅਗਲੀ ਗੱਲ ਸਤਿਗੁਰੂ ਕਰਦੇ ਆ, ਕਹਿੰਦੇ ਨਾ ਬੇੜੀ ਨਾ ਤੁਲਗੜਾ ਨਾ ਪਾਈਆ ਫਿਰ ਦੂਰਾ। ਕਹਿੰਦੇ ਨਾ ਸੰਸਾਰ ਦੇ ਸਮੁੰਦਰ ਅੰਦਰ ਵਿਚਰਦਿਆਂ ਰਹਿੰਦਿਆਂ ਬੰਦੇ ਨੇ ਨਾ ਬੇੜੀ ਤਿਆਰ ਕੀਤੀ ਤੇ ਬੇੜੀ ਤੋਂ ਬਿਨਾਂ ਕੋਈ ਬੰਦਾ ਪਰਲੇ ਕੰਢੇ ਤੁਲਹੜਾ ਭਾਵ ਕੀ ਕੰਢਾ ਕੰਢੇ ਤੇ ਕਿਵੇਂ ਪਹੁੰਚ ਸਕਦਾ ਜਦੋਂ ਬੇੜੀ ਉਹ ਤਿਆਰ ਨਹੀਂ ਹੈ।
ਤੇ ਫਿਰ ਪਰਲੇ ਕਿਨਾਰੇ ਤੇ ਨਹੀਂ ਜਾਇਆ ਜਾਣਾ ਜਿੱਧਰ ਪਤੀ ਪਰਮੇਸ਼ਰ ਬੈਠਾ ਹੈ, ਜਿੱਧਰ ਰੱਬ ਹੈ, ਕਰਤਾਰ ਹੈ, ਮਾਲਕ ਦਾ ਘਰ ਹੈ। ਫਿਰ ਸਾਡੇ ਵਰਗੇ ਬਿਨਾਂ ਬੇੜੀ ਤੋਂ ਸੰਸਾਰ ਦੇ ਸਮੁੰਦਰ ਵਿੱਚ ਡੁੱਬ ਕੇ ਮਰ ਜਾਂਦੇ, ਡੁੱਬ ਕੇ ਮਰ ਜਾਂਦੇ। ਤਾਂ ਕਿਹਾ ਸਤਿਗੁਰਾਂ ਨੇ ਕਿ ਨਾ ਬੇੜੀ ਨਾ ਤੁਲਹਾ, ਨਾ ਹੀ ਬੇੜੀ ਤਿਆਰ ਕੀਤੀ ਅਸੀਂ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਜਦੋਂ ਵੇਲਾ ਸੀ ਉਦੋਂ ਬੇੜਾ ਬੰਨਿਆ ਨਹੀਂ, ਤੇ ਜਦੋਂ ਫਿਰ ਐਨ ਭੁਚਾਲ ਆ ਗਿਆ ਸਮੁੰਦਰ 'ਚ ਤੇ ਉਦੋਂ ਕਹਿੰਦਾ ਹੁਣ ਮੈਂ ਬੇੜਾ ਤਿਆਰ ਕਰ ਲਾਂ। ਤੇ ਉਦੋਂ ਤੇ ਫਿਰ ਲੱਕੜਾਂ ਵੀ ਸਿੱਧੀਆਂ ਨਹੀਂ ਲੱਗਣੀਆਂ ਬੇੜੇ ਬਣਾਉਣ ਲਈ, ਕਿਉਂਕਿ ਇੰਨੀ ਛੇਤੀ ਬੇੜਾ ਨਹੀਂ ਤਿਆਰ ਹੋਣਾ। ਕਿਤੇ ਤੂੰ ਚਾਹੁੰਦਾ ਹੋਵੇ ਸੋਚਦਾ ਹੋਵੇ ਵਡੇਪੇ 'ਚ ਜਪ ਲਾਂਗਾ, ਇਹੀ ਗੱਲ ਹੈ ਨਾ ਕਿ ਵਡੇਪੇ ਵਿੱਚ ਜਪ ਲਿਆ ਜਾਵੇਗਾ, ਹੁਣ ਕੀ ਲੋੜ ਹੈ। ਤੇ ਸਾਹਿਬ ਕਹਿੰਦੇ ਜਦੋਂ ਸਮੁੰਦਰ ਦੇ ਵਿੱਚ ਫਿਰ ਭੁਚਾਲ ਆਉਂਦਾ ਹੈ ਤੇ ਉਦੋਂ ਬੇੜੇ ਨਹੀਂ ਬੰਨੇ ਜਾ ਸਕਦੇ। ਹੁਣ ਤੇਰੇ ਕੋਲ ਵਕਤ ਹੈ, ਹੁਣ ਤੇਰੇ ਕੋਲ ਸਮਾਂ, ਤੂੰ ਜਪ। ਤੇ ਸਤਿਗੁਰੂ ਜੀ ਇਹੀ ਬਾਤ ਸਾਨੂੰ ਸਮਝਾਉਂਦੇ ਆ, ਨਾ ਬੇੜੀ ਨਾ ਤੇਰੇ ਕੋਲ ਬੇੜੀ ਹੈ, ਨਾ ਤੁਲਖੜਾ ਨਾ ਪਰਲੇ ਪਾਰ ਕੰਢੇ ਤੇ ਜਾ ਸਕਦਾ, ਨਾ ਮਿਲੀ ਆ ਫਿਰ ਦੂਰ। ਕਿਉਂਕਿ ਉਹ ਜਿਹੜਾ ਪ੍ਰਮਾਤਮਾ ਦੂਰ ਗਏ ਉਸ ਪਰਿਪੂਰ ਪ੍ਰਮਾਤਮਾ ਦੇ ਨੇੜੇ ਤੇ ਤਾਂ ਜਾ ਸਕਦਾ ਜੇ ਅਸੀਂ ਜਪਾਂਗੇ ਸਤਿਨਾਮ ਵਾਹਿਗੁਰੂ, ਉਹਦੇ ਕੋਲ ਤੇ ਤਾਂ ਪਹੁੰਚਾਂਗੇ। ਤੇ ਇਹੀ ਸਾਡੇ ਦੀ ਬੇੜਾ, ਜਪ ਤਪ ਕਾ ਬੰਦ ਬੇੜ ਲਾ, ਜਿਤ ਲੰਘਾ ਵਕੀਲਾ, ਨਾ ਸਰਵਰ ਨਾ ਉਛਲੇ ਵੈਸੇ ਤਰਨ ਹੋ। ਕਹਿੰਦੇ ਆ ਜਪ ਤਪ ਦਾ ਬੇੜਾ ਬੰਨਣਾ ਪੈਣਾ ਹੀ, ਤਾਂ ਤੂੰ ਇਸ ਸੰਸਾਰ ਦੇ ਸਮੁੰਦਰ ਤੋਂ ਪਾਰ ਹੋ ਜਾਵੇਂਗਾ। ਤੇ ਫਿਰ ਤੇਰਾ ਇਹ ਬੇੜਾ ਨਾ ਉਛਲੇਗਾ ਨਾ ਡੁੱਬੇਗਾ। ਕਿਹੜਾ ਬੇੜਾ? ਜਪ ਤਪ ਕਾ ਬੰਦ ਬੇੜਾ। ਇਸ ਲਈ ਸਤਿਗੁਰੂ ਸਮਝਾਵੇ ਨੇ ਵੀ ਕਦੇ ਤੇਰੇ ਕੋਲ ਕੱਖ ਨਹੀਂ, ਨਾ ਬੇੜੀ ਹੈ ਨਾ ਪਰਲੇ ਪਾਰ ਕੰਢੇ ਤੇ ਲੱਗਣ ਦੇ ਲਈ ਹੋਰ ਕੋਈ ਸੋਰਸ ਹੈ, ਤੇ ਨਾ ਕਿ ਉਸ ਪਰਿਪੂਰ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਜਿਹੜਾ ਦੂਰ ਬੈਠਾ ਹੈ। ਸੋ ਸਤਿਗੁਰੂ ਕਿਰਪਾ ਕਰਨ, ਅਸੀਂ ਆਪੋ ਆਪਣੇ ਬੇੜੇ ਬੰਨ